हाँ जी बेटा, नेक्स्ट चैप्टर नंबर 8 फंडामेंटल्स ऑफ एनाटॉमी फिजियोलॉजी एंड काइनियोलॉजी इन स्पोर्ट्स। सब तो पहला आ गया जी एनाटॉमी। वर्ड एनाटॉमी ग्रीक वर्ड एनाटॉम तो लिया गया है। ਇਹਦੇ ਵਿੱਚ ਐਨਾ ਤੋਂ ਬਣਿਆ ਹੈ ਜਿਸ ਦਾ ਮੀਨਸ ਹੈ ਅਪ ਐਂਡ ਟੋਮ ਦਾ ਮੀਨਸ ਹੈ ਕਟਿੰਗ। ਐਨਾਟੋਮੀ ਲਿਵਿੰਗ ਥਿੰਗਸ देयर सिस्टम ऑर्गनस एंड टिश्यूज़ की साइंटिफिक स्टडी है। इस विच वेरीअस पार्ट्स उन्हां दे स्ट्रक्चर्स मटीरियल्स जो कि कंपोस्ट करते हैं शामिल होंदे हैं। उन्हां दी लोकेशन अते उन्हां दे रिलेशनशिप दूजे पार्ट्स नाल हुंदे हैं। इन अदर वर्ड्स एनाटॉमी ह्यूमन बॉडी स्ट्रक्चर की स्टडी है। ह्यूमन एनाटॉमी नूं इस दे ਸਾਰੇ ਪਾਰਟਸ ਅਤੇ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਦੇ ਸੰਬੰਧ ਵਿੱਚ ਹਿਊਮਨ ਬੋਡੀ ਦੀ ਸਟੱਡੀ ਕਿਹਾ ਜਾ ਸਕਦਾ ਹੈ। ਇਸ ਨੂੰ ਹਿਊਮਨ ਬੋਡੀ ਔਰ ਲਿਵਿੰਗ ਬੀਇੰਗ ਦੇ ਸਟਰਕਚਰ ਦੇ ਸਾਇੰਟੀਫਿਕ ਸਟੱਡੀ ਵਜੋਂ ਡਿਫਾਈਨ ਕੀਤਾ ਜਾ ਸਕਦਾ ਹੈ। ਹਿਊਮਨ ਬੋਡੀ ਐਨਾਟੋਮੀ ਵਿੱਚ ਸਕੈਲਟਨ ਸਿਸਟਮ, ਮਸਕੂਲਰ ਸਿਸਟਮ, ਸਰਕੂਲੇਟਰੀ ਸਿਸਟਮ, ਨਰਵਸ ਸਿਸਟਮ, ਡਾਈਜੈਸਟਿਵ ਸਿਸਟਮ ਅਤੇ ਵੇਰੀਅਸ ਔਰਗਨਸ ਸ਼ਾਮਲ ਹਨ। ਨੈਕਸਟ ਆ ਗਿਆ ਜੀ ਫਿਜ਼ੀਓਲੋਜੀ। ਵਰਡ ਫਿਜ਼ੀਓਲੋਜੀ ਗ੍ਰੀਕ ਵਰਡ ਫਿਸਿਸ ਤੋਂ ਆਇਆ ਹੈ ਜਿਸ ਦਾ ਮੀਨਸ ਹੈ ਨੇਚਰ। ਓਰੀਜਨ ਅਤੇ ਲੋਗਿਓ ਦਾ ਮੀਨਸ ਹੈ ਸਟੱਡੀ। ਫਿਜ਼ੀਓਲੋਜੀ ਇਸ ਗੱਲ ਦੀ ਸਟੱਡੀ ਹੈ ਕਿ ਕਿਵੇਂ ਲਿਵਿੰਗ ਆਰਗੈਨਿਜ਼ਮ ਵੇਰੀਅਸ ਫੰਕਸ਼ਨਸ ਨੂੰ ਪੂਰੇ ਕਰਦੇ ਹਨ। ਇਸ ਵਿੱਚ ਆਰਗਨ ਸਿਸਟਮਸ ऑर्गन सैल्स एंड बायो मॉलिक्यूल्स एक लिविंग सिस्टम विच मौजूद कैमिकल्स और फिजिकल फंक्शन नूं किवें पूरा करते हैं विच शामिल हैं। फिजियोलॉजी का एम जीवन दीयां विधियां नूं समझना है कि किवें लिविंग थिंग किवें काम करदियां हैं। इन अदर वर्ड्स फिजियोलॉजी ह्यूमन बॉडी के फंक्शन की स्टडी है। ह्यूमन फिजियोलॉजी ये स्टडी करता है कि साढ़े सैल्स मसल्स एंड ऑर्गनस इकट्ठे काम किवें करते हैं, वो किवें इंटरैक्ट करते हैं। फिजियोलॉजी जिसनों कई बार साइंस ऑफ लाइफ भी कहा जाता है। लिविंग मैकेनिज्म वेखते हाँ सैल्स फंक्शन दे मॉलिक्यूलर बेसिस तो लैके सारी बॉडी दे पूरे इंटरग्रेटेड बिहेवियर तक है। फिजियोलॉजिस्ट का कहना है फिजियोलॉजी लाइफ बारे समझण लई एक फंडामेंटल साइंस है। बीमारियां दा ट्रीटमेंट किवें करना है ਅਤੇ ਸਾਡੀ बॉडी ਦੇ स्ट्रैसस ਦਾ ਸਾਹਮਣਾ ਕਰਨ ਲਈ ਕਿਵੇਂ ਵੱਖਰੇ ਇਨਵਾਇਰਮੈਂਟ ਦਾ ਵਿੱਚ ਸਾਹਮਣਾ ਕਰਨਾ ਪੈਂਦਾ ਹੈ। ਹੁਣ ਆ ਗਿਆ ਜੀ ਮੇਨ ਸਿਸਟਮਸ ਆਫ ਹਿਊਮਨ ਬॉडी। ਸਭ ਤੋਂ ਪਹਿਲਾਂ ਹੈਗਾ ਜੀ ਸਕੈਲਟਲ ਸਿਸਟਮ। ਇਸ ਵਿੱਚ ਬੋਨ, ਜੁਆਇੰਟਸ, ਕਾਰਟਿਲੇਜ ਐਕਸੈਟਰਾ ਸ਼ਾਮਿਲ ਹੁੰਦੇ ਹਨ। ਇਹ ਬੋਡੀ ਨੂੰ ਫਰੇਮਵਰਕ ਅਤੇ ਸ਼ੇਪ ਪ੍ਰੋਵਾਈਡ ਕਰਾਉਂਦਾ ਹੈ। ਇਹ ਨਾਜ਼ੁਕ ਔਰਗਨ ਨੂੰ ਪ੍ਰੋਟੈਕਟ ਕਰਦਾ ਹੈ ਅਤੇ ਸਕੈਲੇਟਲ ਮਸਲ ਨੂੰ ਜੰਕਸ਼ਨ ਦਿੰਦਾ ਹੈ। ਸੈਕਿੰਡ ਆ ਗਿਆ ਜੀ ਮਸਕੂਲਰ ਸਿਸਟਮ। ਇਸ ਵਿੱਚ ਮਸਲਸ, ਟੈਂਡਨ, ਲਿਗਾਮੈਂਟ ਐਕਸੈਟਰਾ ਸ਼ਾਮਿਲ ਹੁੰਦੇ ਹਨ। ਇਹ ਬੋਡੀ ਨੂੰ ਇਸ ਦੇ ਕੰਟਰੈਕਸ਼ਨ ਦੁਆਰਾ ਮੂਵਮੈਂਟ ਪ੍ਰੋਵਾਈਡ ਕਰਾਉਂਦਾ ਹੈ। ਥਰਡ ਹੈਗਾ ਜੀ ਸਰਕੂਲੇਟਰੀ ਸਿਸਟਮ। ਇਸ ਵਿੱਚ ਬਲੱਡ ਵੈਸਲਸ, ਹਾਰਟ ਐਕਸੈਟਰਾ ਸ਼ਾਮਿਲ ਹੁੰਦੇ ਹਨ। ਇਹ ਬੋਡੀ ਵਿੱਚ ਫਲੂਇਡ ਮੂਵਮੈਂਟ ਪ੍ਰੋਵਾਈਡ ਕਰਵਾਉਂਦਾ ਹੈ। ਅੱਗੇ ਆ ਗਿਆ ਜੀ ਡਾਈਜੈਸਟਿਵ ਸਿਸਟਮ। ਇਸ ਵਿੱਚ ਡਾਈਜੈਸਟਿਵ ਆਰਗਨਸ ਹੁੰਦੇ ਹਨ ਜਿਵੇਂ ਸਟਮਕ, ਫੂਡ ਪਾਈਪ, ਇੰਟੈਸਟਾਈਨ ਐਕਸੈਟਰਾ ਐਨਰਜੀ ਪ੍ਰੋਡਕਸ਼ਨ ਵਿੱਚ ਹੈਲਪ ਕਰਦੇ ਹਨ। ਫਿਫਥ ਹੈਗਾ ਜੀ ਰੈਸਪੀਰੇਟਰੀ ਸਿਸਟਮ। ਇਸ ਵਿੱਚ ਬਰੀਥਿੰਗ ਆਰਗਨਸ ਜਿਵੇਂ ਨੋਜ਼, ਲੰਗਸ, ਟ੍ਰੈਂਚ, ਐਲਵੋਲੀ ਐਕਸੈਟਰਾ ਸ਼ਾਮਿਲ ਹੁੰਦੇ ਹਨ। ਇਹ ਐਨਰਜੀ ਦੇ ਪ੍ਰੋਡਕਸ਼ਨ ਵਿੱਚ ਹੈਲਪ ਕਰਦੇ ਹਨ। ਨਰਵਸ ਸਿਸਟਮ। ਇਸ ਵਿੱਚ ਬ੍ਰੇਨ, ਸਪਾਈਨਲ ਕੋਰਡ ਐਂਡ ਨਰਵਸ ਹੁੰਦੀਆਂ ਹਨ। ਇਹ ਬੋਡੀ ਦੇ ਵੇਰੀਅਸ ਆਰਗਨਸ ਦੇ ਫੰਕਸ਼ਨ ਨੂੰ ਕੰਟਰੋਲ ਕਰਦਾ ਹੈ। ਅੱਗੇ ਆ ਗਿਆ ਜੀ ਗਲੈਂਡੂਲਰ ਸਿਸਟਮ। ਇਸ ਵਿੱਚ ਐਂਡੋਕਰਾਈਨ ਅਤੇ ਐਕਸੋਕਰਾਈਨ ਗਲੈਂਡ ਹੁੰਦੇ ਹਨ ਜਿਵੇਂ ਲਿਵਰ, ਪੈਨਕ੍ਰੀਆਸ, ਥਾਇਰੋਇਡ, ਐਡਰਨਲ, ਪਿਟੂਇਟਰੀ, ਸੈਲਵਰੀ, ਇੰਟੈਸਟਾਈਨ ਐਕਸੈਟਰਾ ਵੇਰੀਅਸ ਆਰਗਨਸ ਨੂੰ ਸਹੀ ਤਰ੍ਹਾਂ ਕੰਮ ਕਰਨ ਵਿੱਚ ਹੈਲਪ ਕਰਦੇ ਹਨ। 8th ਪੁਆਇੰਟ ਆ ਗਿਆ ਜੀ ਐਕਸਕ੍ਰੀਟਰੀ ਸਿਸਟਮ। ਇਸ ਵਿੱਚ ਕਿਡਨੀ, ਸਕਿਨ ਐਕਸੈਟਰਾ ਸ਼ਾਮਿਲ ਹੁੰਦੇ ਹਨ।
ਇਹ ਬਾਡੀ ਵਿੱਚੋਂ ਵੇਸਟੇਜ ਨੂੰ ਬਾਡੀ ਚੋਂ ਬਾਹਰ ਕੱਢਣ ਵਿੱਚ ਹੈਲਪ ਕਰਦੇ ਹਨ। ਨੰਬਰ 9 ਰੀਪਰੋਡਕਟਿਵ ਸਿਸਟਮ। ਇਸ ਵਿੱਚ ਰੀਪਰੋਡਕਟਿਵ ਔਰਗਨਸ ਹੁੰਦੇ ਹਨ, ਜਿਵੇਂ ਬੱਚਿਆਂ ਨੂੰ ਆਪਾਂ ਬਰਥ ਵਿੱਚ ਹੈਲਪ ਮਿਲਦੀ ਹੈ। ਅੱਗੇ ਹੈਗਾ ਜੀ ਵਟ ਇਜ਼ ਦ ਡਿਫਰੈਂਸ ਬਿਟਵੀਨ ਫਿਜ਼ੀਓਲੋਜੀ ਐਂਡ ਐਨਾਟੋਮੀ। ਐਨਾਟੋਮੀ ਲਿਵਿੰਗ ਥਿੰਗ ਸਟਰਕਚਰ ਦੀ ਐਗਜ਼ਾਮ ਐਂਡ ਡਿਸਕ੍ਰਾਈਬ ਕਰਦਾ ਹੈ। ਐਨਾਟੋਮੀ ਫਾਰਮ ਦੀ ਸਟੱਡੀ ਕਰਦਾ ਹੈ, ਜਦੋਂ ਕਿ ਫਿਜ਼ੀਓਲੋਜੀ ਫੰਕਸ਼ਨ ਨੂੰ ਦੇਖਦੀ ਹੈ। ਫॉर ਐਗਜ਼ਾਮਪਲ ਐਨਾਟੋਮਿਸਟ ਲਿਵਰ ਵਰਗੇ ਕਿਸੇ ਔਰਗਨ ਦੀ ਸ਼ੇਪ, ਸਾਈਜ਼, ਪੋਜੀਸ਼ਨ, ਸਟਰਕਚਰ, ਬਾਡੀ ਸਪਲਾਈ ਐਂਡ ਇਨਰਵੇਸ਼ਨ ਨਾਲ ਸੰਬੰਧਿਤ ਹੈ, ਜਦੋਂ ਕਿ ਐਨਾਟੋਮਿਸਟ ਬਾਈਲ ਦੇ ਪ੍ਰੋਡਕਸ਼ਨ ਅਤੇ ਨਿਊਟ੍ਰੀਸ਼ਨ ਨੂੰ ਨਿਯੰਤਰਣ ਕਰਨ ਵਿੱਚ ਲਿਵਰ ਦੀ ਭੂਮਿਕਾ ਨੂੰ ਇੰਟਰਸਟਡ ਹੈ। ਬਾਡੀ ਦੇ ਫੰਕਸ਼ਨ ਵਿੱਚ ਫਿਜ਼ੀਓਲੋਜੀ ਐਂਡ ਐਨਾਟੋਮੀ ਬਹੁਤ ਨੇੜਿਓਂ ਰਿਲੇਟਡ ਹਨ। ਨੈਕਸਟ ਆ ਗਿਆ ਜੀ ਇੰਪੋਰਟੈਂਟ ਆਫ ਐਨਾਟੋਮੀ ਐਂਡ ਫਿਜ਼ੀਓਲੋਜੀ। ਇਹ ਹਿਊਮਨ ਬਾਡੀ ਹੈ ਜੋ ਵੇਰੀਅਸ ਸਪੋਰਟਸ ਐਂਡ ਫਿਜ਼ੀਕਲ ਐਕਟੀਵਿਟੀ, ਐਕਸਰਸਾਈਜ਼ ਐਕਸੈਟਰਾ ਹਿਊਮਨ ਬਾਡੀ ਦੀ ਹੈਲਪ ਨਾਲ ਕੀਤੀਆਂ ਜਾ ਸਕਦੀਆਂ ਹਨ। ਸਾਇੰਟੀਫਿਕ ਪੁਆਇੰਟ ਤੋਂ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦੀ ਸਟੱਡੀ ਕਰਨ ਲਈ ਵਿਅਕਤੀ ਨੂੰ ਐਨਾਟੋਮੀ ਐਂਡ ਫਿਜ਼ੀਓਲੋਜੀ ਨਾਲ ਜਾਣੂ ਹੋਣਾ ਚਾਹੀਦਾ ਹੈ। ਹਿਊਮਨ ਬਾਡੀ ਦੀਆਂ ਮੂਵਮੈਂਟਸ ਦੀ ਸਟੱਡੀ ਅਤੇ ਹਿਊਮਨ ਬਾਡੀ 'ਤੇ ਐਕਸਰਸਾਈਜ਼ ਦੇ ਇਫੈਕਟ ਦਾ ਅਧਿਐਨ ਸਿਰਫ ਐਨਾਟੋਮੀ ਐਂਡ ਫਿਜ਼ੀਓਲੋਜੀ ਦੀ ਹੈਲਪ ਐਂਡ ਨੌਲੇਜ ਨਾਲ ਕੀਤੀ ਜਾ ਸਕਦੀ ਹੈ। ਇਸ ਲਈ ਐਨਾਟੋਮੀ ਐਂਡ ਫਿਜ਼ੀਓਲੋਜੀ ਦੀ ਨੌਲੇਜ ਕਿਸੇ ਵੀ ਫਿਜ਼ੀਕਲ ਐਜੂਕੇਟਰ, ਕੋਚ ਔਰ ਸਪੋਰਟਸ ਸਾਇੰਟਿਸਟ ਲਈ ਜ਼ਰੂਰੀ ਹੈ। ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਵਿੱਚ ਐਨਾਟੋਮੀ ਐਂਡ ਫਿਜ਼ੀਓਲੋਜੀ ਦੇ ਇੰਪੋਰਟੈਂਸ ਨੂੰ ਹੇਠਾਂ ਡਿਸਕ੍ਰਾਈਬ ਕੀਤਾ ਹੈ ਬੈਟਰ ਵੇਜ। ਫਸਟ ਹੈਗਾ ਜੀ ਹੈਲਪ ਇਨ ਫਿਜ਼ੀਕਲ ਫਿਟਨੈਸ। ਸਟਰੋਂਗ ਐਂਡ ਫਿਟ ਬਾਡੀ ਸਪੋਰਟਸ ਦੇ ਫੀਲਡ ਵਿੱਚ ਇੱਕ ਲਾਜ਼ਮੀ ਇਨਵੇਟੇਬਲ ਐਸੈਟ ਹੈ। ਐਨਾਟੋਮੀ ਐਂਡ ਫਿਜ਼ੀਓਲੋਜੀ ਦੀ ਸਟੱਡੀ ਸਪੋਰਟਸ ਪਰਸਨ ਨੂੰ ਹਿਊਮਨ ਬਾਡੀ ਦੇ ਵੇਰੀਅਸ ਔਰਗਨ ਦੇ ਸਟਰਕਚਰ ਐਂਡ ਫੰਕਸ਼ਨ ਨੂੰ ਅੰਡਰਸਟੈਂਡ ਐਂਡ ਇੱਕ ਫਿਟ ਐਂਡ ਹੈਲਦੀ ਬਾਡੀ ਪ੍ਰਾਪਤ ਕਰਨ ਵਿੱਚ ਹੈਲਪ ਕਰਦਾ ਹੈ। ਸੈਕਿੰਡ ਹੈਗਾ ਜੀ ਪ੍ਰੋਵਾਈਡ ਨੌਲੇਜ ਅਬਾਊਟ ਬਾਡੀ ਸਟਰਕਚਰ। ਬਾਡੀ ਸਟਰਕਚਰ ਦੀ ਨੌਲੇਜ 'ਤੇ ਇੱਕ ਪਲੇਅਰ ਆਪਣੀ ਬਾਡੀ ਸਟਰੈਂਥ ਐਂਡ ਵੀਕਨੈਸ ਬਾਰੇ ਜਾਣਦਾ ਹੈ। ਇਸ ਦੇ ਅਨੁਸਾਰ ਉਹ ਗੇਮ ਫੀਲਡ ਵਿੱਚ ਡਿਵੈਲਪ ਕਰਦਾ ਹੈ ਸਪੋਰਟਸ ਪਰਸਨ ਦੇ ਸਟਰਕਚਰ ਦੇ ਅਨੁਸਾਰ। ਥਰਡ ਹੈਗਾ ਜੀ ਹੈਲਪ ਇਨ ਸਿਲੈਕਸ਼ਨ ਆਫ ਸਪੋਰਟਸ। ਬਾਡੀ ਸਟਰਕਚਰ ਦੀ ਨੌਲੇਜ ਦੇ ਬੇਸਿਸ 'ਤੇ ਕੋਚ ਐਂਡ ਪਲੇਅਰ ਗੇਮ ਚੂਜ਼ ਕਰ ਸਕਦੇ ਹਨ ਜੋ ਉਸ ਲਈ ਸੂਟੇਬਲ ਹੈ। ਜਿਵੇਂ ਲੰਬੇ ਸਟੂਡੈਂਟ ਨੂੰ ਬਾਸਕਟਬਾਲ, ਵਾਲੀਬਾਲ ਲਈ ਚੁਣਿਆ ਜਾ ਸਕਦਾ ਹੈ ਅਤੇ ਸ਼ਾਰਟ ਐਂਡ ਸਟਾਊਟ ਸਟੂਡੈਂਟ ਨੂੰ ਵੇਟ ਲਿਫਟਿੰਗ ਲਈ ਸਿਲੈਕਟ ਕੀਤਾ ਜਾ ਸਕਦਾ ਹੈ। ਨੰਬਰ 4 ਹੈਗਾ ਜੀ ਪ੍ਰੋਟੈਕਟਸ ਫਰੋਮ ਸਪੋਰਟਸ ਇੰਜਰੀਜ਼। ਐਨਾਟੋਮੀ ਦੀ ਨੌਲੇਜ ਦੇ ਬੇਸਿਸ 'ਤੇ ਸਪੋਰਟਸ ਇਕੁਇਪਮੈਂਟ ਤਿਆਰ ਕੀਤੇ ਜਾਂਦੇ ਹਨ ਜੋ ਸੇਫ ਪਲੇ ਵਿੱਚ ਹੈਲਪ ਕਰਦੇ ਹਨ ਅਤੇ ਇਸ ਲਈ ਸਪੋਰਟਸ ਇੰਜਰੀ ਤੋਂ ਬਚਾਉਂਦੇ ਹਨ। ਨੰਬਰ 5 ਹੈਲਪ ਇਨ ਪ੍ਰੋਸੈਸ ਆਫ ਰੀਹੈਬਿਲਿਟੇਸ਼ਨ। ਲਿਗਾਮੈਂਟਸ, ਟੈਂਡਨ ਐਂਡ ਮਸਲ ਦੀ ਨੌਲੇਜ ਸਪੋਰਟਸ ਐਂਡ ਗੇਮ ਦੇ ਦੌਰਾਨ ਹੋਣ ਵਾਲੀਆਂ ਇੰਜਰੀਆਂ ਵਿੱਚ ਰੀਹੈਬਿਲਿਟੇਸ਼ਨ ਵਿੱਚ ਹੈਲਪ ਕਰਦੀ ਹੈ। ਨੰਬਰ 6 ਹੈਲਪ ਇਨ ਮੇਨਟੇਨਿੰਗ ਹੈਲਥੀ ਬਾਡੀ। ਐਨਾਟੋਮੀ ਐਂਡ ਫਿਜ਼ੀਓਲੋਜੀ ਦੀ ਸਟੱਡੀ ਦੇ ਆਲ ਔਰਗਨਸ, ਦੇਅਰ ਨੇਚਰ ਐਂਡ ਫੰਕਸ਼ਨ ਡਿਟੇਲਡ ਨੌਲੇਜ ਪ੍ਰੋਵਾਈਡ ਕਰਦੇ ਹਨ। ਇਹ ਪਲੇਅਰ ਨੂੰ ਬਾਡੀ ਦੀ ਗੁੱਡ, ਸੇਫ ਐਂਡ ਹੈਲਥੀ ਵਰਤੋਂ ਨੂੰ ਅਡਾਪਟ ਕਰਨ ਵਿੱਚ ਹੈਲਪ ਕਰਦੇ ਹਨ। ਨੰਬਰ 7 ਹਾਊ ਟੂ ਨੋ ਅਬਾਊਟ ਦਾ ਇੰਡੀਵਿਜੂਅਲ ਡਿਫਰੈਂਸ। ਮੇਲ ਐਂਡ ਫੀਮੇਲ ਦੀ ਬਾਡੀ ਵਿੱਚ ਬਹੁਤ ਅੰਤਰ ਹੈ। ਐਨਾਟੋਮੀ ਐਂਡ ਫਿਜ਼ੀਓਲੋਜੀ ਦੀ ਨੌਲੇਜ ਇਹਨਾਂ ਇੰਡੀਵਿਜੂਅਲ ਡਿਫਰੈਂਸ ਨੂੰ ਸਮਝਣ ਵਿੱਚ ਹੈਲਪ ਕਰਦੀ ਹੈ। ਇਹਨਾਂ ਡਿਫਰੈਂਸ ਦੇ ਬੇਸਿਸ 'ਤੇ ਮੇਲ ਐਂਡ ਫੀਮੇਲ ਪਲੇਅਰ ਲਈ ਸਾਈਜ਼ ਆਫ ਕੋਰਟ, ਟਾਈਮ ਆਫ ਗੇਮ ਐਂਡ ਇਕੁਇਪਮੈਂਟ ਵੱਖਰੇ ਡਿਜ਼ਾਈਨ ਕੀਤੇ ਜਾਂਦੇ ਹਨ। ਅੱਗੇ ਪੁਆਇੰਟ ਹੈਗਾ ਜੀ ਕਾਈਨਜ਼ੀਓਲੋਜੀ। ਵਰਡ ਕਾਈਨਜ਼ੀਓਲੋਜੀ ਗ੍ਰੀਕ ਟਰਮ ਕਾਈਨਸਿਸ ਤੋਂ ਲਿਆ ਗਿਆ ਹੈ। ਇਸ ਦਾ ਮੀਨ ਹੈ ਮੋਸ਼ਨ ਐਂਡ ਲੋਗੋ ਦਾ ਮੀਨ ਹੈ ਵਰਡ ਆਫ ਨੌਲੇਜ ਔਰ ਟੂ ਡਿਸਕਵਰ ਔਰ ਟੂ ਸਟੱਡੀ ਕਰਨਾ। ਕਾਈਨਜ਼ੀਓਲੋਜੀ ਅਸਲ ਵਿੱਚ ਸਟੱਡੀ ਆਫ ਮੋਸ਼ਨ ਵਜੋਂ ਡਿਫਾਈਨ ਕੀਤਾ ਜਾਂਦਾ ਹੈ। ਕਾਈਨਜ਼ੀਓਲੋਜੀ ਹਿਊਮਨ ਐਂਡ ਨਾਨ ਹਿਊਮਨ ਬਾਡੀ ਮੂਵਮੈਂਟ ਦੀ ਸਾਇੰਟੀਫਿਕ ਸਟੱਡੀ ਹੈ। ਕਾਈਨਜ਼ੀਓਲੋਜੀ ਫਿਜ਼ੀਓਲੋਜੀ, ਬਾਇਓਮੈਕੈਨਿਕਸ, ਮਕੈਨੀਕਲ ਐਂਡ ਫਿਜ਼ੀਓਲੋਜੀਕਲ ਡਾਇਨਾਮਿਕ ਪ੍ਰਿੰਸੀਪਲਸ ਐਂਡ ਮੈਕੈਨਿਜ਼ਮ ਨੂੰ ਐਡਰੈਸ ਕਰਦੀ ਹੈ। ਕਾਈਨਜ਼ੀਓਲੋਜੀ ਸਬਜੈਕਟ ਦੀ ਨੌਲੇਜ ਦਾ ਇੱਕ
ਆਰਗੇਨਾਈਜ਼ਡ ਐਂਡ ਸਿਸਟਮੈਟਿਕ ਬਾਡੀ ਹੁੰਦਾ ਹੈ ਅਤੇ ਇਸ ਲਈ ਇਸ ਨੂੰ ਸਾਇੰਸ ਕਿਹਾ ਜਾਂਦਾ ਹੈ ਕਿਉਂਕਿ ਇਹ ਹਿਊਮਨ ਪਰਫਾਰਮੈਂਸ ਵਿੱਚ ਇਨਵੋਲਵਡ ਮੋਸ਼ਨ ਨਾਲ ਸੰਬੰਧਿਤ ਹੈ। ਇਸ ਨੂੰ ਬਿਲਕੁਲ ਹਿਊਮਨ ਮੋਸ਼ਨ ਦੀ ਸਾਇੰਸ ਵਜੋਂ ਡਿਫਾਈਨ ਕੀਤਾ ਗਿਆ ਹੈ। ਕਾਈਨਜ਼ੀਓਲੋਜੀ ਇਜ਼ ਰਿਲੇਟਡ ਟੂ ਐਂਡ ਡਰਾwn ਫਰੋਮ ਦਾ four well-known field of knowledge such as anatomy, physiology, physics and mathematics। ਇਸ ਵਿੱਚ ਕੋਈ ਡਾਊਟ ਨਹੀਂ ਹੈ ਕਿ ਸਪੋਰਟਸ ਪਰਫਾਰਮੈਂਸ ਵਿੱਚ ਬਾਡੀ ਅਤੇ ਇਸ ਦੇ ਆਰਗਨਸ ਦੀਆਂ ਮੂਵਮੈਂਟਸ ਸ਼ਾਮਲ ਹੁੰਦੀਆਂ ਹਨ, ਪਰ ਸਪੋਰਟਸ ਪਰਫਾਰਮੈਂਸ ਵੀ ਹੁੰਦੇ ਹਨ ਜਿਸ ਵਿੱਚ ਬਾਲ, ਬੈਟਸ, ਰੈਕਟਸ, ਆਇਰਨ ਸ਼ਾਟ, ਡਿਸਕਸ, ਜੈਵਲਿਨ, ਹੈਮਰ, ਪੋਲ ਵਾਲਟ ਐਕਸੈਟਰਾ ਦੇ ਨਾਲ ਬਾਡੀ ਦੀਆਂ ਐਕਟੀਵਿਟੀਜ਼ ਸ਼ਾਮਲ ਹਨ। ਅਸੀਂ ਇਹਨਾਂ ਇਕਵਿਪਮੈਂਟ ਦੀ ਵਰਤੋਂ ਕਰਦੇ ਹਾਂ ਅਤੇ ਅਸੀਂ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਾਂ ਸਾਡੀ ਪਰਫਾਰਮੈਂਸ ਅਤੇ ਇਸ ਲਈ ਕਾਈਨਜ਼ੀਓਲੋਜੀ ਸੰਯੋਗਾਂ ਦੀ ਵਰਤੋਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਕਟਰਸ ਨਾਲ ਸੰਬੰਧਿਤ ਹੈ, ਜਿਵੇਂ ਕਿ ਫੋਰਸ, ਫ੍ਰਿਕਸ਼ਨ, ਮੋਸ਼ਨ, ਲੈਵਰੇਜ, ਇਲਾਸਟਿਸਿਟੀ, ਪ੍ਰੋਜੈਕਸ਼ਨਸ, ਐਂਗਲ ਆਫ ਰਿਲੀਜ਼ ਐਕਸੈਟਰਾ। ਫਿਰ ਕਾਈਨਜ਼ੀਓਲੋਜੀ ਵਿੱਚ ਹਿਊਮਨ ਮੂਵਮੈਂਟ ਐਂਡ ਇੰਪਲੀਮੈਂਟਸ ਔਰ ਆਬਜੈਕਟਸ ਦੀ ਸਟੱਡੀ ਸ਼ਾਮਲ ਹੁੰਦੀ ਹੈ। ਪਰਫਾਰਮੈਂਸ ਐਂਡ ਇੰਪਲੀਮੈਂਟਸ ਦੀ ਵਰਤੋਂ ਨੂੰ ਪ੍ਰਭਾਵਿਤ ਕਰਨ ਵਾਲੇ ਫੈਕਟਰਸ ਵਿੱਚ ਯੂਜ਼ ਹੁੰਦੀ ਹੈ। ਅੱਗੇ ਆ ਗਿਆ ਜੀ ਇੰਪੋਰਟੈਂਸ ਆਫ ਕਾਈਨਜ਼ੀਓਲੋਜੀ। ਸਪੋਰਟਸ ਵਿੱਚ ਬੈਸਟ ਪਰਫਾਰਮੈਂਸ ਲਈ ਕਾਈਨਜ਼ੀਓਲੋਜੀ ਇੱਕ ਇਫੈਕਟਿਵ, ਸਿਸਟਮੈਟਿਕ ਐਂਡ ਸਾਇੰਟਿਫਿਕ ਸਬਜੈਕਟ ਹੈ। ਸਪੋਰਟਸ ਐਂਡ ਗੇਮ ਦੇ ਫੀਲਡ ਐਂਡ ਡੇਲੀ ਲਿਵਿੰਗ ਵਿੱਚ ਕਾਈਨਜ਼ੀਓਲੋਜੀ ਦੀ ਨੌਲੇਜ ਬਹੁਤ ਇੰਪੋਰਟੈਂਟ ਹੈ। ਫਸਟ ਹੈਗਾ ਜੀ ਕਾਈਨਜ਼ੀਓਲੋਜੀ ਹਿਊਮਨ ਬਾਡੀ ਦੀਆਂ ਮੂਵਮੈਂਟ ਨੂੰ ਅੰਡਰਸਟੈਂਡ ਐਂਡ ਐਨਾਲਾਈਜ਼ ਕਰਨ ਅਤੇ ਉਹਨਾਂ ਦੇ ਮੂਲ ਪ੍ਰਿੰਸੀਪਲ ਨੂੰ ਡਿਸਕਵਰ ਕਰਨ ਲਈ ਨੌਲੇਜ ਪ੍ਰੋਵਾਈਡ ਕਰਦੀ ਹੈ। ਸੈਕਿੰਡ, ਇਹ ਮੋਟਰ ਸਕਿੱਲ ਦੇ ਬੇਸਿਸ ਦੀ ਅੰਡਰਸਟੈਂਡਿੰਗ ਐਂਡ ਐਫੀਸ਼ੀਐਂਟ ਢੰਗ ਨਾਲ ਮੂਵਮੈਂਟ ਨੂੰ ਲਿਆਉਣ ਵਿੱਚ ਹੈਲਪ ਕਰਦੀ ਹੈ। ਨੰਬਰ ਥਰਡ, ਕਾਈਨਜ਼ੀਓਲੋਜੀ ਹਿਊਮਨ ਸਟਰਕਚਰ ਐਂਡ ਫੰਕਸ਼ਨ ਦੇ ਆਪਸ ਵਿੱਚ ਇੰਟਰਲਿੰਕ ਨੂੰ ਸਮਝਣ ਵਿੱਚ ਹੈਲਪ ਕਰਦੀ ਹੈ। ਨੰਬਰ 4, ਕਾਈਨਜ਼ੀਓਲੋਜੀ ਹਿਊਮਨ ਮੋਸ਼ਨ ਐਂਡ ਮਕੈਨੀਕਲ ਬੇਸਿਸ 'ਤੇ ਨੌਲੇਜ ਪ੍ਰੋਵਾਈਡ ਕਰਦੀ ਹੈ। ਨੰਬਰ 5, ਕਾਈਨਜ਼ੀਓਲੋਜੀ ਇੰਪੈਕਟ ਰਿਸੀਵ ਕਰਨਾ ਅਤੇ ਇੰਜਰੀਜ਼ ਤੋਂ ਬਚਣ ਲਈ ਜ਼ਰੂਰੀ ਬੇਸਿਕ ਪ੍ਰਿੰਸੀਪਲ ਬਾਰੇ ਨੌਲੇਜ ਪ੍ਰੋਵਾਈਡ ਕਰਦਾ ਹੈ। ਨੰਬਰ 6, ਕਾਈਨਜ਼ੀਓਲੋਜੀ ਫੰਕਸ਼ਨ ਦੀ ਆਪਟੀਮਮ ਕੁਆਲਿਟੀ ਅਚੀਵ ਕਰਨ ਲਈ ਡੇਲੀ ਲਿਵਿੰਗ ਦੇ ਪਾਰਟ ਵਜੋਂ ਐਫੀਸ਼ੀਐਂਟ ਮੂਵਮੈਂਟ ਦੇ ਬਾਰੇ ਨੌਲੇਜ ਪ੍ਰੋਵਾਈਡ ਕਰਦਾ ਹੈ। ਅੱਗੇ ਆ ਗਿਆ ਜੀ 8.2 ਫੰਕਸ਼ਨ ਆਫ ਸਕੈਲਟਲ ਸਿਸਟਮ। ਪਹਿਲਾ ਹੈਗਾ ਜੀ ਸਕੈਲਟਲ ਸਿਸਟਮ। ਸਕੈਲਟਲ ਸਿਸਟਮ ਸਾਡੀ ਬਾਡੀ ਬੋਨ ਦਾ ਫਰੇਮਵਰਕ ਹੈ। ਇਹ ਬਾਡੀ ਸਾਈਜ਼ ਐਂਡ ਸ਼ੇਪ ਵਿੱਚ ਡਿਫਰ ਹੁੰਦੀਆਂ ਹਨ। ਚਿਲਡਰਨ ਵਿੱਚ 213 ਬੋਨਸ ਐਂਡ ਅਡਲਟ ਵਿੱਚ 206 ਬੋਨਸ ਹੁੰਦੀਆਂ ਹਨ। ਬੋਨਸ ਸਾਡੀ ਡੈਲੀਕੇਟ ਆਰਗਨਸ ਨੂੰ ਪ੍ਰੋਜੈਕਸ਼ਨ ਪ੍ਰੋਵਾਈਡ ਕਰਦੀਆਂ ਹਨ। ਬੋਨਸ ਸਕੈਲਟਲ ਬਚਾਉਣ ਲਈ ਸਭ ਤੋਂ ਹਾਰਡੈਸਟ ਟਿਸ਼ੂ ਹਨ। ਲੌਂਗ ਬੋਨਸ ਆਮ ਤੌਰ 'ਤੇ ਹੋਲੋ ਹੁੰਦੀਆਂ ਹਨ। ਸਕੈਲਟਲ ਸਿਸਟਮ ਨੂੰ 2 ਪਾਰਟ ਵਿੱਚ ਡਿਵਾਈਡ ਕੀਤਾ ਜਾ ਸਕਦਾ ਹੈ।